अस्सलाम वालेकुम जी। एक गरीब आदमी सी और ਉਹਦੇ ਹਾਲਾਤ ਇੰਨੇ ਖਰਾਬ ਸਨ। ਇੱਕ ਤੁਹਾਨੂੰ ਦਿਲਚਸਪ ਔਰ ਬੜਾ ਹੀ ਕੀਮਤੀ ਔਰ ਐਸਾ ਵਾਕਿਆ ਕਿ ਤੁਹਾਡੀ ਜ਼ਿੰਦਗੀ ਬਦਲਣ ਵਾਲਾ, ਜੇ ਅਗਰ ਬੰਦਾ ਸਹੀ ਖਾਨਦਾਨੀ ਨਸਲੀ ਔਰ ਅਸਲੀ ਜਨਾਬ ਮੇਰੀ ਕਿਸੇ ਬੰਦੇ ਨਾਲ ਵਾਹ ਪੈ ਜੇ ਨਾ, ਤੇ ਫਿਰ ਬੰਦੇ ਦਾ ਰੁਖ ਬਦਲ ਜਾਂਦਾ, ਬੰਦੇ ਦੀ ਸੋਚ ਬਦਲ ਜਾਂਦੀ ਹੈ, ਹਾਲਾਤ ਬਦਲ ਜਾਂਦੇ ਨੇ। ਇੱਕ ਬੰਦੇ ਦੇ ਹਾਲਾਤ ਇੰਨੇ ਖਰਾਬ ਸੀ ਕਿ ਉਹ ਵਿਚਾਰਾ ਬੰਦਾ ਰੋਟੀ ਤੋਂ ਤੰਗ ਸੀ, ਅੱਧੀ ਰੋਟੀ ਤੇ ਦੋ ਜੀ ਸਨ, ਮੀਆਂ ਬੀਵੀ, ਤੇ ਬਸ ਉਹ ਸਵੇਰੇ ਉਹਨੇ ਜਾਣਾ ਮਿਹਨਤ ਮਜ਼ਦੂਰੀ ਆਪਣੀ ਸ਼ਹਿਰ ਦੇ ਵਿੱਚ ਕਿਧਰੇ ਲੱਕੜੀਆਂ ਛਕੜੀਆਂ। ਪਹਿਲੇ ਦੌਰਾਂ ਦੇ ਵਿੱਚ ਨਾ, ਪਹਿਲੇ ਜ਼ਮਾਨਿਆਂ ਦੇ ਵਿੱਚ ਸਵਾਏ 2-3 ਐਸੇ ਮੋਹਤਬਰ ਕੰਮ ਸਨ, ਲੱਕੜੀਆਂ ਵੱਢਣੀਆਂ ਜਾਂ ਕਿਸੇ ਦੇ ਖੂਹ ਤੋਂ ਪਾਣੀ ਲਿਆਉਣਾ। ਤੇ ਕੋਈ ਇਤਨਾ ਫੈਕਟਰੀਆਂ ਤੇ ਹੈ ਕੋਈ ਨਹੀਂ ਸੀ, ਨਾ ਹੀ ਕੋਈ ਇਸ ਕਿਸਮ ਦੇ ਕਾਰੋਬਾਰ ਸਨ ਜ਼ਰਾਤ ਦੇ ਜਾਂ ਕੋਈ, ਤੇ ਜਾਂ ਗੱਲੇ ਦਾ ਕੰਮ ਕੋਈ ਥੋੜ੍ਹਾ ਜਿਹਾ। ਤੇ ਲੱਕੜੀ ਦਾ ਬਹੁਤ ਕੰਮ ਸੀ ਕਿ ਹਰ ਬੰਦੇ ਦੀ ਜ਼ਰੂਰਤ ਜਿਹੜੀ ਸੀ ਉਹ ਲੱਕੜੀਆਂ ਸਨ। ਤੇ ਲੱਕੜ ਆਰੇ ਦੀਆਂ ਤੁਸੀਂ ਬਹੁਤ ਕਹਾਣੀਆਂ ਸੁਣੀਆਂ ਹੋਣੀਆਂ ਨੇ। ਇਹ ਵੀ ਇੱਕ ਲੱਕੜ ਆਰਾ ਸੀ ਕਿ ਵੀ ਲੱਕੜੀਆਂ ਉਹ ਲੈ ਕੇ ਆਉਂਦਾ ਸੀ ਜੰਗਲ ਦੇ ਵਿੱਚੋਂ ਵੱਢ ਕੇ, 20 ਕਿਲੋ ਲੱਕੜੀਆਂ ਲੈ ਕੇ, ਤੇ ਉਹ ਸ਼ਹਿਰ ਆਣ ਕੇ ਵੇਚਦਾ ਸੀ ਔਰ ਵੇਚ ਕੇ ਤੇ ਆਪਣਾ ਗੁਜ਼ਾਰਾ ਕਰਦਾ ਸੀ। ਦੋ ਜੀ ਸੀ ਤੇ ਬੜੇ ਹਾਲਾਤ ਉਹਨਾਂ ਦੇ ਖਰਾਬ ਤੇ ਬਹੁਤ ਹੀ ਪਰੇਸ਼ਾਨ, ਤੇ ਉਹਨਾਂ ਨੇ ਨਾ ਵਿਚਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਨਾ ਦੇਖਿਆ। ਇੱਕ ਦਿਨ ਉਹ ਜਾ ਰਿਹਾ ਸਫ਼ਰ ਦੇ ਵਿੱਚ, ਉਹ ਉੱਧਰ ਹੀ ਜੰਗਲ ਦੀ ਤਰਫ, ਤੇ ਇੱਕ ਬਜ਼ੁਰਗ ਹਸਤੀ ਜਿਹੜੀ ਅੱਲਾ ਵਾਲੇ, ਤੇ ਉਹ ਬੈਠੇ, ਤੇ ਉਹਨਾਂ ਦੇ ਕੋਲੇ ਕੋਈ ਬੰਦਾ ਵੀ ਬੈਠਾ, 2-4 ਕੁਝ ਜੀ ਜਿਹੜੇ ਆਪਣੇ ਦੁਆ ਵਾਸਤੇ ਕਿ ਅੱਲਾ ਦੇ ਵਲੀ ਨੂੰ ਕਹਿਣਾ ਕਿ ਬਈ ਸਾਡੇ ਵਾਸਤੇ ਦੁਆ ਕਰੋ। ਤੇ ਸਾਨੂੰ ਅਸਲ ਦੁਆ ਦਾ ਮਤਲਬ ਇਹ ਹੁੰਦਾ ਕਿ ਸਾਨੂੰ ਕੋਈ ਦੁਆ ਦੱਸੋ, ਸਾਡੇ ਕੋਲ ਜਿਹੜੀ ਕੋਈ ਗਲਤੀ ਹੋਈ ਹੈ ਅੱਲਾ ਕੋਲੋਂ ਮਾफ़ੀ ਲੈ ਦਿਓ, ਔਰ ਸਾਨੂੰ ਕਹੋ ਕਿ ਵੀ ਇਹ ਲਫ਼ਜ਼ ਪੜ੍ਹੋ ਤਾਂ ਕਿ ਅੱਲਾ ਤੁਹਾਨੂੰ ਮਾफ़ ਕਰ ਦੇ। ਅੱਛਾ, ਬਹਰਹਾਲ ਦੁਆ ਦਾ ਮਤਲਬ ਵੀ ਇਹੀ ਹੁੰਦਾ ਹੈ ਦੱਸਣ ਦਾ। ਤੁਹਾਨੂੰ ਜਾਂਦੇ ਜਾਂਦੇ ਦੁਆ ਦੀ ਗੱਲ ਦੱਸੀ ਕਿ ਦੁਆ ਦਾ ਮਤਲਬ ਇਹ ਨਹੀਂ ਕਿ ਬੰਦਾ ਇੱਕ ਤੁਹਾਨੂੰ ਲੈ ਜਾਂਦਾ ਕਿਸੇ ਚੌਧਰੀ ਕੋਲੇ, ਕਿਸੇ ਵਡੇਰੇ ਕੋਲੇ, ਕਿਸੇ ਜੱਜ ਕੋਲੇ, ਕਿੱਥੇ ਵੀ ਤੁਹਾਨੂੰ ਲੈ ਜੇ, ਔਰ ਉਹ ਕਹੇ ਕਿ ਇਹਨੇ ਚੋਰੀ ਕੀਤੀ ਹੈ, ਇਹਨੂੰ ਮਾफ़ੀ ਦੇ ਦੇ, ਤੇ ਉਹ ਕਹੇ ਠੀਕ ਹੈ, ਤੇ ਉਹ ਅਗਲੇ ਦਿਨ ਫਿਰ ਚੋਰੀ ਕਰੇ। ਤੇ ਉਹ ਕਿੰਨੀ ਕੁ ਵਾਰੀ ਉਹਨੂੰ ਲੈ ਕੇ ਉਹਦੇ ਦਰਬਾਰ 'ਤੇ ਜਾਏਦਾ, ਤੇ ਉਹ ਆਖੇਦਾ ਵੀ ਇਹਨੂੰ ਮਾफ़ੀ ਦੇ ਦਿਓ, ਉਹਨੇ ਕਹਿਣਾ ਤੇ ਧੌਣ ਲਾਓ ਇਹਦੀ, ਇਹ ਤਾਂ ਇਹਦੀਆਂ ਰੋਜ਼ਾਨਾ। ਮਤਲਬ ਜਿਹੜੇ ਬਜ਼ੁਰਗਾਂ ਕੋਲ ਜਾਣ ਦਾ ਮਕਸਦ ਵੀ ਇਹ ਹੀ ਹੁੰਦਾ ਸੀ ਕਿ ਇਹ ਸਾਡੇ ਕੋਲ ਕਿ ਗਲਤੀ ਹੋ ਗਈ ਹੈ, ਸਾਨੂੰ ਮਾफ़ੀ ਲੈ ਦੇ, ਅੱਗੋਂ ਨਾ ਕਰਨ ਦਾ ਇਰਾਦਾ, ਫਿਰ ਤੇ ਹੋ ਗਈ ਮਾफ़ੀ, ਤੇ ਜੇ ਉਹਨੇ ਫਿਰ ਉਹੀ ਕੰਮ ਕਰਨੇ ਨੇ ਤੇ ਫਿਰ ਉਹਦੀ ਪਿਛਲੀ ਵੀ ਕੋਈ ਨਹੀਂ ਹੋਣੀ। ਠੀਕ ਹੈ, ਜਿਹੜੇ ਵੱਡਿਆਂ ਕੋਲੋਂ ਮਾਫੀਆਂ ਲੋਕ ਆਖਦੇ ਸੀ ਨਾ ਕਿ ਅੱਲਾ ਪਾਕ ਅੱਗੇ ਦੁਆ ਕਰੋ, ਅਸਲ ਗੱਲ ਉਹ ਇਹ ਸੀ ਕਿ ਬਈ ਉਹ ਬੰਦੇ ਸਾਫ਼ ਸਿੱਧੇ ਸਨ, ਤੇ ਜੇਕਰ ਇਹ ਗਲਤੀ ਨਾ ਉਹਨਾਂ ਕੋਲ ਹੋ ਜਾਏ ਤੇ ਉਹਨਾਂ ਦੀ ਮਾफ़ੀ ਦਾ ਉਹਦੀ ਇਸ ਤਰ੍ਹਾਂ ਅਪੀਲ ਕੀਤੀ ਜਾਂਦੀ ਸੀ। ਬਹਰਹਾਲ ਗੱਲ ਲੱਕੜ ਆਰੇ ਦੀ ਹੋ ਰਹੀ ਸੀ, ਉਹ ਬੰਦੇ ਬੈਠੇ ਉਹਨਾਂ ਕੋਲ, ਉਹ ਵੀ ਗਿਆ, ਉਹਨੇ ਕਿਹਾ ਜੀ ਬਜ਼ੁਰਗੋ ਸਾਡੇ ਵਾਸਤੇ ਵੀ ਕੋਈ ਦੁਆ ਕਰੋ, ਹਾਲਾਤ ਬੜੇ ਖ਼ਰਾਬ ਨੇ। ਉਹਨੇ ਉਹਨੂੰ ਕੋਲੇ ਬਿਠਾ ਕੇ ਨਾ, ਤੇ ਉਹਨੇ ਕਿਹਾ ਕਿ ਬਈ ਤੂੰ ਨਾ ਸ਼ਾਦੀ ਕਰ ਲੈ ਇੱਕ। ਉਹਨੇ ਹਾਂ ਬਜ਼ੁਰਗੋ ਅਸੀਂ 2 ਜੀਆ ਸੀ, ਤੇ ਉਹਦੇ ਤੋਂ ਤੰਗ ਆ ਸੀ, ਆਪੋ ਵਿੱਚ ਦੀ ਅੱਧੀ ਰੋਟੀ ਖਾਂਦੇ ਆ। ਤੇ ਉਹਨੇ ਕਿਹਾ ਨਹੀਂ ਤੂੰ ਵਿਆਹ ਕਰ, ਕੋਈ ਨਹੀਂ ਜਣਾ ਬਣ, ਖੈਰ ਹੀ ਹੈ। ਅੱਛਾ, ਕਈ ਬੰਦੇ ਨਾ ਹੁਣ ਇਹ ਗੱਲ ਕਿਤੇ ਉਧਰੇ ਫੇਰ ਕੇ ਖੜਨ ਦੇ, ਲੇਕਿਨ ਗੱਲ ਤੋੜ ਤੱਕ ਸੁਣਨੀ ਹੈ, ਇਨਸ਼ਾਅੱਲਾ ਮਜ਼ਾ ਵੀ ਆਵੇਗਾ ਔਰ ਅਸਲ ਦੀ ਵੀ ਪਤਾ ਲੱਗੇਗਾ ਵੀ ਅਸਲ ਗੱਲ ਪਿੱਛੇ ਕੀ ਹੈ, ਵਿਆਹ ਦਾ ਪਿੱਛੇ ਜਿਹੜਾ ਮਫਹੂਮ ਹੈ ਜਾਂ ਉਹਦੀ ਵਜ੍ਹਾ ਹੈ ਉਹ ਕੀ ਹੈ। ਲਓ ਦੱਸੋ। ਉਹਨੇ ਕਿਹਾ ਠੀਕ ਹੈ। ਉਹ ਗਿਆ ਆਪਣੀ ਬਰਾਦਰੀ, ਆਪਣੇ ਇਲਾਕੇ ਪਿੰਡ ਦੇ ਵਿੱਚ, ਉਹਨੇ ਦੱਸਿਆ 2-5 ਬੰਦਿਆਂ ਨੂੰ, ਔਰ ਉਹਨੇ ਇੱਕ ਵਿਆਹ ਕਰ ਲਿਆ, ਹੋਰ 2 ਹੋ ਗਈਆਂ। ਹੁਣ 2 ਜਨਾਨੀਆਂ ਤੇ ਇੱਕ ਜਣਾ, ਤੇ ਉਹੀ ਰੂਟੀਨ ਤੇ ਉਹੀ ਸੀ ਉਹਦੀ ਕਿ ਬਈ ਉਹ 20 ਕਿਲੋ ਬਾਲਣ ਸੀ, ਤੇ ਉਹ 2 ਪੈਸੇ ਸਨ, ਸ਼ਹਿਰ ਲਿਆਉਂਦਾ ਸੀ 2 ਪੈਸੇ, ਉਹ ਅੱਗੇ ਉਹਨਾਂ ਨੂੰ ਰੋਟੀ ਲੱਭਦੀ ਸੀ, ਹੁਣ ਉਹ ਅੱਧੀ ਤੇ ਆ ਗਏ, ਉਹ ਬੰਦੇ 3 ਹੋ ਗਏ ਨਾ, ਬੰਦੇ ਵੱਧ ਗਏ, ਤੇ ਉਹ ਜ਼ਰੀਆ ਮੁਆਸ਼ ਜਿਹੜਾ ਸੀ, ਉਹ ਆਮਦਨੀ ਦਾ ਜ਼ਰੀਆ ਤੇ ਉਹੀ ਸੀ। ਲੈ ਉਹਨਾਂ ਨੇ ਬੜੇ ਪਰੇਸ਼ਾਨ। ਹੁਣ ਉਹ ਬੰਦਾ ਡੀਕੇ ਲੱਗਿਆ ਕਿ ਬਈ ਉਹ ਬਜ਼ੁਰਗ ਕਿਰੇ ਲੱਭਣ, ਤੇ ਫਿਰ ਉਹ ਕੁਝ 6 ਮਹੀਨੇ ਸਾਲ ਗੁਜ਼ਰਿਆ ਨਾ ਜਿਸ ਵਕਤ, ਤੇ ਉਹ ਬਜ਼ੁਰਗ ਫਿਰ ਲੱਭ ਗਏ। ਉਹਨੇ ਕਿਹਾ ਬਜ਼ੁਰਗੋ ਮੈਨੂੰ ਤੁਸੀਂ ਉਹ ਵਿਆਹ ਦਾ ਆਏ ਫਿਰ ਆਏ, ਉਹ ਕੋਈ ਨਹੀਂ ਲਾ, ਤੇ ਅਸੀਂ ਤਾਂ ਰੋਟੀ ਤੋਂ ਵੀ ਗਏ ਆ, ਉਹ ਅੱਗੇ ਰੋਟੀ ਲੱਭਦੀ ਸੀ, 2 ਰੋਟੀਆਂ ਲੱਭ ਜਾਂਦੀਆਂ ਸੀ, ਤੇ ਇੱਕੋ ਤੇ ਕਿਤੇ ਹੁਣ ਤੇ ਉਹ ਅਸੀਂ ਪੌਣੀ ਤੇ ਆ ਗਏ ਆ। ਉਹਨੇ ਆਖਿਆ ਅੱਲਾ ਦੇ ਬੰਦਿਆ ਚੱਲ ਕੋਈ ਗੱਲ ਨਹੀਂ, ਤੂੰ ਵਿਆਹ ਕਰ ਇੱਕ ਹੋਰ। ਉਹਨੇ ਕਿਹਾ ਮੈਂ ਕਰਨਾ ਪਿਆ, ਅਗਲੀ ਦਾ ਕੋਈ ਹਿਸਾਬ ਲਾਓ। ਉਹਨੇ ਆਖਿਆ ਲਾ ਲਿਆ ਹਿਸਾਬ, ਤੂੰ ਵਿਆਹ ਕਰ। ਉਹ ਬੜੇ ਪਰੇਸ਼ਾਨ। ਉਹਨਾਂ ਨੇ ਆਖਿਆ ਵੀ ਮੈਂ ਇਹਨਾਂ ਨੂੰ ਕਿਹੜੀ ਗੱਲ ਪੁੱਛਣਾ, ਇਹ ਮੈਨੂੰ ਕਿਹੜੇ ਪਾਸੇ ਲਾਉਂਦੇ ਨੇ। ਉਹਨੇ ਆਖਿਆ ਜੀ ਠੀਕ ਹੈ। ਉਹ ਗਿਆ ਫਿਰ ਉਹ ਰਿਸ਼ਤੇਦਾਰਾਂ ਦੇ,
ਉਹ ਲੋਕਾਂ ਕਿਹਾ ਤੇਰੇ ਹਾਲਾਤ ਅੱਗੇ ਕਿਸ ਤਰ੍ਹਾਂ ਦੇ? ਉਹਨੇ ਕਿਹਾ ਜੀ ਮੈਨੂੰ ਆਰਡਰ ਹੋਇਆ। ਲੈ ਉਹਨੇ ਤੀਸਰਾ ਵੀ ਜਿਹੜਾ ਨਾ ਬਈ ਕਹਿ ਦਿੱਤਾ, ਉਹਨਾਂ ਨੇ ਕਿਹਾ ਤੁਸੀਂ ਕਰੋ, ਹੋ ਗਿਆ ਜੀ, ਤੀਸਰਾ ਵੀ ਹੋ ਗਿਆ। ਹੁਣ ਉਹ ਜਦੋਂ ਤੀਸਰੀ ਆਈ ਨਾ, ਉਹਨੇ ਹਿਸਾਬ ਲਾਇਆ ਇਹਨਾਂ ਦਾ ਕਿ ਵੀ ਇਹਨਾਂ ਦੀ ਤੇ ਗੱਲ ਹੀ ਕੋਈ ਨਹੀਂ ਹੈ ਵੀ ਇਹ ਖਾਂਦੇ ਪਸਰ ਰਹਿੰਦੇ ਨੇ, ਤੇ ਉਹ ਅੱਧੀ ਯਾਨੀ ਅੱਧੀ ਤੇ ਆ ਗਏ। ਤੇ ਬਾਬਾ ਜਿਹੜਾ ਹੈ ਉਹ ਸਵੇਰੇ ਜਾਂਦਾ 20 ਕਿਲੋ ਲੱਕੜੀ ਲਿਆਉਂਦੇ। ਉਹ 2 ਕੁ ਦਿਨ ਉਹਨੇ ਦੇਖਿਆ ਨਾ ਇਹਨਾਂ ਦਾ ਤਰੀਕਾ ਕਾਰ। ਉਹਨੇ ਕਿਹਾ ਬਾਬਾ ਜੀ ਤੁਸੀਂ ਨਾ ਇਹ ਜਿਹੜੇ ਉੱਥੋਂ 2 ਪੈਸਿਆਂ ਦਾ ਰਾਸ਼ਨ ਲੈ ਕੇ ਆਉਂਦੇ ਨੇ, ਬਾਬਾ ਅਸਲ 2 ਪੈਸੇ ਸ਼ਹਿਰ ਵੇਚ ਕੇ ਨਾ ਤੇ ਰਾਸ਼ਨ ਲੈ ਆਉਂਦਾ ਸੀ, ਆਟਾ ਘਿਓ ਜੋ ਵੀ ਲੱਭਦਾ ਸੀ 2 ਪੈਸਿਆਂ ਦਾ। ਉਹਨੇ ਤੁਸੀਂ 2 ਪੈਸੇ ਲਿਆਉਣੇ ਨੇ, ਤੁਸੀਂ ਰਾਸ਼ਨ ਨਹੀਂ ਲਿਆਉਣਾ, ਤੇ ਜਾਂ ਫਿਰ ਤੁਸੀਂ ਮੇਰੇ ਪਿੱਛੇ ਚੱਲੋ ਤੇ ਜਾਂ ਮੈਂ ਤੁਹਾਡੇ ਪਿੱਛੇ ਚੱਲਣੀ। ਉਹਨੇ ਕਿਹਾ ਅਸੀਂ ਤੇ ਚੱਲ ਤੱਕੇ ਆ, ਸਾਨੂੰ ਤੇ ਸਾਰੀ ਜ਼ਿੰਦਗੀ ਹੋ ਗਈ ਚੱਲਦਿਆਂ, ਹੁਣ ਤੇਰੇ ਮਗਰ ਆ, ਤੂੰ ਤੇ ਨਵੀਂ ਆਈ ਹੈ, ਜ਼ਰਾ ਤੇਰੇ ਦੇਖ ਲੈਂਦੇ ਆ ਕਿ ਵੀ ਤੇਰੀ ਵੰਡ ਕੇ। ਉਹਨੇ ਠੀਕ ਹੈ। ਉਹ 2 ਪੈਸੇ ਜਿਸ ਵਕਤ ਆਏ ਨਾ, ਤੇ ਉਹ ਗਈ ਨਾਲ ਦੁਕਾਨ ਸੀ, ਉੱਥੇ ਉਹਨੇ ਦੇਖਿਆ ਵੀ ਇਹ ਜੌਆਂ ਦਾ ਆਟਾ, ਇਹ ਕਣਕ ਦਾ ਆਟਾ, ਮਕਈ ਦਾ ਆਟਾ। ਉਹਨੇ ਜਿਹੜਾ ਸਸਤਾ ਆਟਾ ਸੀ ਨਾ ਉਹ 1 ਪੈਸੇ ਦਾ ਲਿਆ। ਆ ਕੇ ਉਹਨੇ ਆਖਿਆ ਅੱਧਾ ਬਈ ਇਹਨੂੰ ਗੁੰਨੋ ਤੇ ਅੱਧਾ ਰੱਖ ਲਓ ਸਵੇਰ ਵਾਸਤੇ, ਅੱਗੇ ਤੋਂ 1 ਟਾਈਮ 'ਤੇ ਸੀ ਵਿਚਾਰੇ। ਉਹਨੇ ਆਖਿਆ ਬਈ ਸਾਰਾ ਵੀ ਗੁੰਨਿਆ ਗੁਜ਼ਾਰੇ ਨਹੀਂ ਹੁੰਦੇ, ਕਹਿੰਦੀ ਅੱਧਾ ਗੁੰਨੋ। ਉਹਨੇ ਆਖਿਆ ਜੀ ਤੁਸੀਂ ਅੱਧਾ ਗੁੰਨੋ। ਅੱਧਾ ਗੁੰਨਿਆ। ਉਹਨੇ ਰੋਟੀਆਂ 4-5 ਜਿਹੜੀਆਂ ਨਾ ਉਹ ਬਣਾਈਆਂ, ਤੇ ਉਹਨੇ ਆਖਿਆ ਰੋਟੀ ਖਾਣੀ ਨਹੀਂ ਕਿਸੇ ਨੇ। ਹੁਣ ਉਹਦੇ ਦੇਖੋ ਗੱਲ ਹੋ ਗਈ ਸੀ ਵੀ ਅਸੀਂ ਹੁਣ ਤੇਰੇ ਮਗਰ ਆ। ਅੱਗੇ ਉਹਨੇ ਕਿਹਾ ਯਾਰ ਤੁਸੀਂ ਮੈਨੂੰ ਮਗਰ ਲਾ ਲਓ। ਉਹਨੇ ਕਿਹਾ ਅਸੀਂ ਤੇ ਅੱਗੇ ਲੱਗ ਕੇ ਕਿੰਨੇ ਸਾਲ ਹੋ ਗਏ ਨੇ, 10-20 ਸਾਲ ਹੋ ਗਏ ਨੇ। ਉਹਨੇ ਕਿਹਾ ਜੇ ਮੇਰੇ ਮਗਰ ਲੱਗਣਾ ਫਿਰ ਮੇਰੀ ਗੱਲ ਜਿਹੜੀ ਮੈਂ ਕਹਿਣੀ ਹੈ ਨਾ ਵੀ ਪਾਣੀ ਲਿਆ ਤੇ ਪਾਣੀ ਲਿਆਉਣਾ, ਜੇ ਕਿਹੜਾ ਕੱਪੜੇ ਧੋਣੇ ਨੇ ਤੇ ਕੱਪੜੇ ਧੋਣੇ ਨੇ, ਜੇ ਕਿਹੜਾ ਕੋਠੇ 'ਤੇ ਬਾਲਣ ਪਾ ਕੇ ਆਵੋ ਤੇ ਯਾਨੀ ਜੋ ਮੈਂ ਕਹਿਣਾ ਉਹ ਤੁਸੀਂ ਕਰਨਾ। ਫਿਰ ਉਹਨਾਂ ਨੇ ਕਿਹਾ ਜੀ ਠੀਕ ਹੈ, ਤਾਇਤ ਹੋ ਗਈ ਨਾ, ਜੋ ਵਾਅਦਾ ਤੇ ਹੋ ਗਿਆ। ਲਾ ਉਹਨੇ ਕਿਹਾ ਜੀ ਰੋਟੀ ਨਹੀਂ ਖਾਣੀ। ਉਹਨੇ ਜੀ ਠੀਕ ਰੋਟੀ ਨਹੀਂ ਖਾਣੀ। ਉਹ ਦੂਸਰੀਆਂ 2 ਬੈਠੀਆਂ ਰਹੀਆਂ। ਜਾਣਾ ਬਾਹਰੋਂ ਆਇਆ ਥੱਕਿਆ ਟੁੱਟਿਆ ਵਿਚਾਰਾ, ਜ਼ਾਹਿਰ ਉਹ ਜਿਸ ਤਰ੍ਹਾਂ ਦੇ ਉਹਦੇ ਹਾਲਾਤ ਸਨ। ਉਹਨਾਂ ਹੱਥ ਪਾਣੀ ਉਹਦਾ ਜਨਾਬ ਮੇਰੀ ਹੱਥ ਛੱਤ ਧਵਾ ਕੇ ਉਹਨੇ ਮੰਜੇ 'ਤੇ ਬਿਠਾ ਕੇ ਉਹਨੇ ਲਓ ਜੀ ਖਾਓ ਰੋਟੀ। ਉਹ ਰੋਟੀਆਂ ਜਦੋਂ 4-5 ਉਹਦੇ ਅੱਗੇ ਆਈਆਂ, ਅੱਗੇ ਉਹਨੂੰ ਵਿਚਾਰੇ ਨੂੰ ਅੱਧੀ ਜੀ ਰੋਟੀ ਲੱਭਦੀ ਸੀ। ਅਤੇ ਉਹਨੇ ਆਖਿਆ ਵੀ ਇਹ ਕਿ ਤੁਸੀਂ, ਉਹਨੇ ਆਖਿਆ ਅਸੀਂ ਖਾ ਲਈਏ, ਅਸੀਂ ਖਾ ਲਈ, ਤੂੰ ਖਾ। ਉਹਨੇ ਕਿਹਾ ਨਹੀਂ ਤੁਸੀਂ ਮੇਰੇ ਨਾਲ। ਉਹਨੇ ਕਿਹਾ ਛੱਡ ਤੂੰ, ਅਸੀਂ ਖਾ ਕੇ ਤੈਨੂੰ ਦੰਨੀਆਂ ਪਈਆਂ। ਉਹ ਚੁੱਪ ਕਰਕੇ ਉਹਨੇ ਕਿਹਾ ਠੀਕ ਹੈ। ਹੁਣ ਜਿਸ ਤਰ੍ਹਾਂ ਇਹਨੇ ਗੱਲ ਕੀਤੀ ਉਹ ਇਹਦੇ ਮਗਰ ਹੀ ਆ। ਹੁਣ ਉਹਨੇ ਰੋਟੀ ਤਸੱਲੀ ਨਾਲ ਜਿਵੇਂ 2-2.5 ਰੋਟੀਆਂ ਖਾਧੀਆਂ ਨਾ, ਰੱਜਿਆ ਜਾਣਾ। ਅੱਗੇ ਤੋਂ ਵਿਚਾਰਾ ਮਰ ਗਿਆ ਸੀ, ਗੁਰਬਤ ਨੇ ਤੇ ਕੁੱਟਿਆ ਸੀ ਉਹਨੂੰ। ਉਹ ਤੇ 20 ਕਿਲੋਆਂ ਤੋਂ ਵੀ 15 ਕਿਲੋਆਂ 'ਤੇ ਆਉਂਦਾ ਸੀ, ਭਾਰੀ ਨਹੀਂ ਚੁੱਕਣਾ ਹੁੰਦਾ ਵਾ ਗੋਡਿਆਂ 'ਚ, ਉਹਦੇ 'ਚ ਮੁੱਕ ਗਈ ਹਰ ਚੀਜ਼। ਲੈ ਉਹਨੇ ਨਾ 2-2.5 ਰੋਟੀਆਂ ਜਿਸ ਵੇਲੇ ਖਾਧੀਆਂ ਤਸੱਲੀ ਨਾਲ, ਤੇ ਬਾਕੀ ਜਿਹੜੀ ਕੋਈ ਰੋਟੀ 2 ਬਚੀਆਂ ਉਹਨੇ ਅਸੀਂ ਜਿਹੜੀਆਂ 3 ਜ਼ਨਾਨੀਆਂ ਸਨ ਉਹਨਾਂ ਨੇ ਆਪੂ ਅੱਧੀਆਂ ਰੋਟੀ ਕੀਤੀ, ਜਾਂ ਜੋ ਵੀ ਉਹਨਾਂ ਨੂੰ ਆਇਆ ਜੀ। ਉਹਨਾਂ ਨੇ ਆਪਣੀਆਂ 2 ਰੋਟੀਆਂ ਜਿਹੜੀਆਂ ਨੇ ਉਹ 3 ਬੰਦਿਆਂ ਨੇ ਖਾਧੀਆਂ। ਉਹ 2-2.5 ਰੋਟੀਆਂ ਜਿਹੜੀਆਂ ਨੇ ਉਹ ਜਣੇ ਨੂੰ ਖਵਾ ਲਈਆਂ। ਸਵੇਰੇ ਵੀ ਉਹਨੇ ਇੰਝ ਹੀ ਕੀਤਾ। ਉਹਨੇ ਕਿਹਾ ਅਸੀਂ ਤਾਂ ਘਰ ਹੀ ਹਾਂ, ਖਾ ਕੇ ਸੋਣਾ ਹੀ ਹੈ। ਇਹਨੇ ਜਾਣਾ ਮਜ਼ਦੂਰੀ ਨੂੰ। ਉਹ ਜਦੋਂ ਗਿਆ ਨਾ ਮਜ਼ਦੂਰੀ ਨੂੰ, ਜਣਾ ਉੱਠਦਾ ਲਗਾ ਜਾਏ। ਉਹ 12 ਵਜੇ ਨੂੰ ਉਹਨੇ 20 ਕਿਲੋ ਬਾਲਣ ਲੈਂਦਾ। ਉਹਨੇ ਆਖਿਆ ਹੁਣ ਘਰ ਜਾ ਕੇ ਮੈਂ ਕੀ ਕਰਨਾ, 1 ਫੇਰਾ ਹੋਰ ਲਾ ਲੈਣਾ। ਉਹ ਗਿਆ ਜਨਾਬ ਮੇਰੀ, ਉਹਨੇ ਪਹਿਲਾ ਫੇਰਾ ਉਹਨੇ 2 ਪੈਸਿਆਂ ਦਾ ਲਾਇਆ, 1.5 ਪੈਸੇ ਦਾ ਉਹਨੇ ਫੇਰ ਲਾ ਲਿਆ। ਡਿਗਰ ਵੇਲੇ ਉਹਨੇ 3.5 ਪੈਸੇ ਹੋ ਗਏ। 3.5 ਪੈਸੇ ਉਹਨੇ ਲਿਆਂਦੇ ਜਿਸ ਵੇ ਘਰ, ਤੇ ਉਹਨੂੰ ਘਰ ਦੇ ਵੀ ਖੁਸ਼। ਉਹ ਵੀ ਉਹਨੇ ਆਖਿਆ ਲੈ 10 ਵਜੇ ਤੇ ਕੰਮ ਠੀਕ ਹੋ ਗਿਆ। ਉਹਨੇ ਅੱਗੇ ਉਹ ਪੈਸੇ ਦਾ ਲਿਆਂਦਾ ਸੀ ਨਾ ਆਟਾ, ਹੁਣ ਦੂਸਰੇ ਦਿਨ ਉਹਨੇ 2 ਪੈਸਿਆਂ ਦਾ ਲਿਆਂਦਾ। ਹੁਣ ਉਹ ਆ ਗਈ ਉਹ ਉਸੇ ਰੂਟੀਨ 'ਤੇ ਆਟੇ ਵਾਲੀ 'ਤੇ। 1 ਪੈਸੇ ਦੀ ਸਿਰਫ ਕਸਰ ਪਹਿਲੇ ਦਿਨ ਅੱਧੇ ਪੈਸੇ ਦੀ ਖਾਧੀ ਹੈ। ਲੈ ਦੂਸਰੇ ਦਿਨ ਉਹਨੇ ਉਹ 2 ਪੈਸਿਆਂ ਦਾ ਆਟਾ ਵੀ ਲਿਆਂਦਾ, ਰੋਟੀ ਵੀ ਸਹੀ ਬਣੀ। ਹੁਣ ਉਹ ਵੰਡ ਕੱਢਣੀ ਜਿਹੜੀ ਹੈ ਨਾ, ਦਨਾ ਔਰਤਾਂ ਜਿਹੜੀਆਂ ਨੇ ਵੰਡ ਕੱਢਣੀ ਉਹਨੇ ਉਹ 2 ਪੈਸਿਆਂ ਦਾ ਉਹ ਵੀ ਲਿਆਂਦਾ, 1.5 ਪੈਸਾ ਬਚਾ ਵੀ ਲਿਆ, ਔਰ ਲੂਣ ਘਿਓ ਵੀ ਲਿਆਂਦਾ ਆਪਣਾ ਬਣਾ ਕੇ ਖਾਧੀ। ਫਿਰ ਉਹਨੇ ਜਣੇ ਨੂੰ ਦਿੱਤੀ। ਉਹਨੇ ਕਿਹਾ ਤੂੰ ਖਾ, ਅਸੀਂ ਖਾ ਲਈ। ਉਹਨੇ ਕੋਈ ਹਫ਼ਤਾ 15 ਲਵਾਈ ਨਾ ਜਿਸ ਵਕਤ ਇਹਨਾਂ 2 ਨੂੰ, ਤੇ ਉਹਨੂੰ ਰਜਾਇਆ। ਉਹ ਘੋੜਾ ਰੱਜੇਗਾ ਤੇ ਤਾਂ ਹੀ ਕਿਸੇ ਵੈਕੜੇ ਪਵੇ ਦਾ ਨਾ, ਤਾਂ ਹੀ ਟਾਂਗਾ ਟੋਰਨਾ ਸੁਣਾ। ਤੇ ਜੇ ਉਹਦੇ ਗੋਡਿਆਂ ਵਿੱਚ ਸ਼ੋਰਾ ਹੀ ਕੋਈ ਨਹੀਂ, ਉਹਨੇ ਕੀ ਵਗਣਾ। ਲੈ ਉਹਨੇ ਐਸੀ ਵਧੀਆ ਜਨਾਬ ਮੇਰੀ ਚਾਲ ਦੇ ਨਾਲ ਉਹਨੂੰ ਬਚਾਇਆ, ਜਿਹੜਾ ਨਾ ਜਣੇ ਨੂੰ ਉਠਾਇਆ। ਲੈ 15 ਦਿਨਾਂ ਬਾਅਦ ਜਣਾ ਗਾਣੇ ਗਾਉਂਦਾ ਜਾਏ, ਢੋਲੇ ਬੋਲਦਾ ਜੰਗਲ ਦੀ ਤਰਫ ਜਾਏ, ਤੇ 2 ਫੇਰੇ ਲਾਏ। ਹੁਣ ਉਹਨੇ ਕਿਹਾ ਜਣਿਆ ਅੱਜ ਤੋਂ ਬਾਅਦ ਬਸ ਭਾਈ। ਉਹ ਪੈਸੇ ਉਹਨੇ ਨਾਲ ਬਚਾਉਣੇ ਸ਼ੁਰੂ ਕੀਤੇ ਨੇ। ਉਹਨੇ ਆਖਿਆ ਹੁਣ ਤੂੰ ਸਿਰ 'ਤੇ ਨਹੀਂ ਲਿਆਉਣੀ, ਹੁਣ ਪਤਾ ਕਰ ਕਿਸੇ ਕੋਲ ਕੋਈ ਊਠ, ਕੋਈ ਰੇੜਾ,
ਤੇ ਤਾਂ ਗੱਲ ਬਣਨੀ ਹੈ, ਹੁਣ ਸਿਰਾਂ ਤੇ ਨਹੀਂ ਲਿਆਉਣ ਹੁਣ। ਲੈ ਉਹਨੇ ਆਖਿਆ ਬੜੀ ਦਨਾ ਔਰਤ ਆਈ ਹੈ। ਉਹਨੇ ਆਖਿਆ ਪੈਸੇ, ਉਹਨੇ ਆਖਿਆ ਪੈਸੇ ਬੜੇ ਨੇ, ਪੈਸਿਆਂ ਦੀ ਫਿਕਰ ਨਹੀਂ ਕਰਨੀ ਤੂੰ ਪਤਾ ਕਰ। ਉਹਨੇ ਆਖਿਆ ਜੀ ਉਹ ਫਲਾਣਾ ਬੰਦਾ ਰੇੜਾ ਵੇਚਦਾ ਪਿਆ। ਉਹਨੇ ਆਖਿਆ ਕਿੰਨੇ ਦਾ ਹੈ? 3 ਪੈਸੇ। ਉਹਨੇ ਆਖਿਆ ਲਿਆ, ਉਹਨੂੰ ਕਹ ਉਰਾ ਦੇ ਸਾਡੇ ਬੂਹੇ ਅੱਗੇ ਬਣ ਜਾਏ। 3 ਪੈਸੇ ਉਹਨੂੰ ਦਿੱਤੇ, ਰੇੜੇ ਤੇ ਜਾਣ ਲੱਗ ਪਿਆ। ਲੈ ਰੇੜੇ ਤੇ ਜਿਸ ਵਕਤ ਗਿਆ, ਰੇੜਾ ਭਰ ਕੇ ਲਿਆਵੇ ਤੇ ਉਹ 5-7 ਪੈਸਿਆਂ ਦਾ ਜਨਾਬ ਮੇਰੀ ਉਹ ਠਿਆਨੀ ਦਾ ਪਿਆ ਵੇਚੇ। ਜਿਸ ਵੇਲੇ 2 ਮਹੀਨੇ ਗੁਜ਼ਰੇ ਨਾ, ਉਹਨੇ ਆਖਿਆ ਹੁਣ ਤੂੰ ਨਾ ਰੇੜੇ ਤੇ ਜਾਣਾ ਤੇ ਨਾ ਤੂੰ ਸਿਰ ਤੇ ਜਾਣਾ, ਤੇ ਹੁਣ ਤੂੰ ਕਿਤੇ ਵੀ ਨਹੀਂ ਜਾਣਾ। ਹੁਣ ਤੂੰ ਸ਼ਹਿਰ ਦਾ ਜਿਹੜਾ ਮੇਨ ਦਰਵਾਜ਼ਾ ਨਾ ਉੱਥੇ ਬਹਿ ਜਾਣਾ, ਤੇ ਜਿਹੜਾ ਬਾਲਣ ਸਾਰਾ ਮੁਲਕ ਵੱਢ ਕੇ ਲਿਆਉਂਦਾ ਨਾ, ਉਹਨਾਂ ਨੂੰ ਕਹਿਣਾ ਵੀ ਇੱਥੇ ਰੱਖੋ, ਤੇ ਉਹਨਾਂ ਨੂੰ ਪੈਸੇ ਦੇਣੇ ਨੇ, ਕਿਉਂਕਿ ਮੇਰੇ ਕੋਲ ਰੁਪਈਏ 5-7 ਹੋ ਗਏ ਨੇ, ਹੁਣ ਪੈਸਿਆਂ ਵਾਲੀ ਗੇਮ ਨਹੀਂ ਹੈ। ਤੇ ਸਾਰੇ ਸ਼ਹਿਰ ਦਾ ਬਾਲਣ ਤੂੰ ਖਰੀਦਣਾ, ਤੇ ਖਰੀਦ ਕੇ ਤੇ ਫਿਰ ਸ਼ਹਿਰ ਵਾਲਿਆਂ ਨੂੰ ਦੇਣਾ। ਉਹਨੇ ਹੁਣ ਉਹਨੂੰ ਤਾਜਰ ਬਣਾ ਛੜਿਆ। ਉਹਨੂੰ ਬੰਦੇ ਆਵਣ, ਕੋਈ 2 ਪੈਸੇ ਆਖੇ, ਕੋਈ 3 ਪੈਸੇ। ਉਹਨੇ ਕਿਹਾ ਜਿੰਨੇ ਕੋ ਮੰਗੇ ਨਾ ਉਹਦੇ ਅੱਗੇ ਨਾ ਵੀ ਨਹੀਂ ਕਰਨੀ। ਐ ਨਹੀਂ ਉਹਨੂੰ ਆਖਣਾ ਕੋਈ 1.5 ਲੈ ਲੈ, ਠਿਆਨੀ ਲੈ ਲੈ, 54 ਨਾ। ਉਹਨੂੰ ਜਿਹੜੇ ਉਹਨੇ ਮੰਗਣੇ ਉਹਨੂੰ ਦੇਣੇ ਨੇ, ਕਿਉਂਕਿ ਅੱਗੋਂ ਤੂੰ ਵੇਚਣੇ ਨੇ। ਜਦੋਂ ਮਾਲ ਤੇਰੇ ਕੋਲੇ ਆ ਗਿਆ, ਜਮਾ ਤੇਰੇ ਕੋਲੇ ਹੋ ਗਈ, ਤੇ ਫਿਰ ਤੂੰ ਆਪਣੀ ਮਰਜ਼ੀ ਨਾਲ ਰੇਟ ਕੱਢਣਾ। ਉਹਨੇ ਕਿਹਾ ਠੀਕ ਹੈ। ਲੈ ਉਹਨੇ ਸਾਰਿਆਂ ਨੂੰ ਐਲਾਨ ਕੀਤਾ, ਜਿੰਨੇ ਲੱਕੜ ਵਾਲੇ ਸਾਰੇ, ਇੰਨਾ ਅਰਸਾ ਹੋ ਗਿਆ ਉਹਨੂੰ ਕਰਦੇ, ਸਾਰੇ ਵਾਕਫ ਸਨ। ਉਹਨਾਂ ਨੂੰ ਆਖਿਆ ਵੀ ਤੁਸੀਂ ਬਾਲਣ ਮੈਨੂੰ ਦੇਣਾ। ਉਹਨਾਂ ਨੇ ਆਖਿਆ ਜੀ ਸਾਨੂੰ ਕੀ ਹੋਰ ਚਾਹੀਦਾ, ਜਿੰਨੇ ਅਸੀਂ ਮੰਗਨੇ ਉਹ ਦੇਈ ਵੀ ਜਾਂਦਾ। ਸੋਹਣਾ ਵਧੀਆ ਉਹਨੇ ਉੱਥੇ ਟਾਲ ਬਣਾਇਆ ਹੈ, 2 ਕਨਾਲਾਂ ਵਿੱਚ ਵੱਡਾ ਜਿਹਾ ਗੇਟ ਲਾਇਆ, ਉਹਦੇ ਬੂਹੇ ਅੱਗੇ ਦੇ ਅੱਗੇ ਬਹਿ ਗਿਆ ਕੁਰਸੀ ਢਾਹ ਕੇ। ਉਹ ਲੋਕ ਉੱਥੇ ਆਵਣ, ਉੱਥੇ ਸੱਟਣ, ਤੇ ਜਨਾਬ ਪੈਸੇ ਲੈਣ ਤੇ ਰਾਹੀ। ਤੇ ਸਾਰੇ ਸ਼ਹਿਰ ਦੇ ਵਿੱਚ ਬਾਂਹ ਹੋ ਗਈ ਵੀ ਬਾਲਣ ਕੋ ਨਹੀਂ ਲੱਭਦਾ ਪਿਆ ਅੱਗੇ। ਤੇ ਜਗ੍ਹਾ ਛੋਟੇ ਇਹ। ਉਹਨੇ ਕਿਹਾ ਜੀ ਉਹ ਬਾਲਣ ਤੇ ਉੱਥੇ ਫਲਾਣੀ ਜਗ੍ਹਾ ਦੇ ਉੱਤੇ ਰਾਹ ਦੇ ਵਿੱਚ ਉਹ ਕੋਈ ਲੱਕੜ ਆ ਰਿਹਾ ਬਹੁਤ ਵੱਡਾ ਤਾਜਰ ਹੈ, ਤੇ ਉਹ ਉੱਥੋਂ ਲੱਭਣਾ ਜਾ ਕੇ। ਉੱਥੇ ਗਏ ਤੇ ਉਹ ਜਿਹੜਾ 3 ਪੈਸਿਆਂ ਦਾ ਸੀ, ਉਹਨੇ 4 ਪੈਸਿਆਂ ਦਾ, 4 ਪੈਸਿਆਂ ਦਾ, 5 ਪੈਸਿਆਂ ਦਾ ਉਹਨੇ ਲਿਖ ਕੇ ਲਾਇਆ। ਉਹਨੇ ਕਿਹਾ ਜੀ ਇੰਨੇ ਦਾ ਲੱਭਣਾ। ਲੈ ਉਹ ਗਿਆ ਕਰੋੜਾਂ ਵਿੱਚ। ਇਹ ਗੱਲ ਦੱਸਣ ਦਾ ਮਕਸਦ ਹੈ ਕਿ ਦਨਾ ਔਰਤ ਜਿਹੜੀ ਹੈ ਨਾ, ਜਿਸ ਤਰ੍ਹਾਂ ਉਹ ਕਹਿੰਦੇ ਨੇ ਵੀ ਕਈਆਂ ਲੋਕਾਂ ਦਾ ਕਿ ਵੀ ਉਹ ਮੁਕੱਦਰਾਂ ਵਿੱਚ ਲਿਖਿਆ, ਤੇ ਇਹ ਗੱਲ ਜਿਹੜੀ ਹੈ ਨਾ ਅਸਲ ਵੰਡ ਦੀ ਹੈ। ਜਿਹੜੇ ਖਾਨਦਾਨੀ ਚੌਧਰ ਜਿਹੜੀ ਹੁੰਦੀ ਹੈ ਨਾ, ਉਹ ਜ਼ਨਾਨੀ ਇਸ ਤਰ੍ਹਾਂ ਕਰਾਉਂਦੀ ਹੈ ਵੀ ਉਹਦਾ ਤਰੀਕਾਕਾਰ ਜਿਹੜਾ ਨਾ, ਉਹਦੀ ਪੱਗ ਜਿਹੜੀ ਹੈ ਉਹਨੂੰ ਧੋ ਕੇ ਸ਼ਿੰਬਲਾ ਉੱਚਾ ਕਰਕੇ, ਉਹਦੀ ਕੱਪੜਾ ਜੁੱਤੀ ਦਾ ਧਿਆਨ ਰੱਖਣਾ, ਉਹਦੇ ਡੇਰੇ ਡੰਬੇ ਦਾ, ਉਹਦੇ ਆਏ ਗਏ ਪ੍ਰਾਹੁਣੇ ਦਾ ਦਾ ਖਿਆਲ ਰੱਖਣਾ। ਉਹ ਜ਼ਨਾਨੀਆਂ ਆਪ ਭੁੱਖੀਆਂ ਰਹਿੰਦੀਆਂ ਸਨ। ਚੌਧਰਾਂ ਤਾਂ ਹੁੰਦੀਆਂ, ਤਾਂ ਜਿਹੜੀਆਂ ਜ਼ਨਾਨੀਆਂ ਦਨਾ ਨਸਲੀ ਜਿਹੜੀਆਂ ਔਰਤਾਂ ਸਨ, ਉਹਨਾਂ ਨੇ ਭੈਣਾਂ ਕਹਿੰਦੇ ਨਾ ਮਾਵਾਂ ਚੌਧਰ ਕਰਾ ਛੱਡਦੀਆਂ। ਜਿਹੜੀਆਂ ਨਸਲੀ ਔਰਤਾਂ ਸਨ ਨਾ, ਉਹਨਾਂ ਦੀ ਅਸਲ ਇਹ ਕਹਾਣੀ ਹੈ ਐਸੀ। ਠੀਕ ਹੈ, ਦੁਆਵਾਂ ਯਾਦ ਰੱਖਣਾ। ਤੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸਿਆ ਵੀ ਕਰੋ, ਸਾਨੂੰ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਿਆ ਕਰੋ, ਤਾਂ ਕਿ ਅਸੀਂ ਤੁਹਾਡੀ ਇਸ ਗੱਲਬਾਤ ਨੂੰ ਅੱਗੇ ਵੀ ਦਸੀਏ ਹੋਰ ਭੈਣਾਂ ਭਰਾਵਾਂ ਨਾਲ, ਤੇ ਗੱਲ ਚੰਗੀ ਲੱਗੇ ਤੇ ਸਾਨੂੰ ਦਾਤ ਦਿਆ ਕਰੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ। ਮਾਸਲਾਮ।